ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾਂ। ਮਮਤਾ ਮੋਹ ਧਰੋ ਮਦ ਮਾਤਾ, ਬੰਧਨ ਬਾਂਧਿਆ ਅਤ ਬਿਕਰਾਲ। ਦਿਨ ਦਿਨ ਛਿਜਤ ਬਿਕਾਰ ਕਰਤ, ਔਦ ਫਾਹੀ ਫਾਥਾ ਜਮ ਕੈ ਜਾਲ। ਦਿਨ ਦਿਨ ਛਿਜਤ ਬਿਕਾਰ ਕਰਤ, ਔਦ ਫਾਹੀ ਫਾਥਾ ਜਮ ਕੈ ਜਾਲ। ਮਮਤਾ ਮੋਹ ਧਰੋ ਮਦ ਮਾਤਾ, ਬੰਧਨ ਬਾਂਧਿਆ ਅਤ ਬਿਕਰਾਲ। ਦਿਨ ਦਿਨ ਛਿਜਤ ਬਿਕਾਰ ਕਰਤ, ਔਦ ਫਾਹੀ ਫਾਥਾ ਜਮ ਕੈ ਜਾਲ। ਤੇਰੀ ਸ਼ਰਨ ਪ੍ਰਭ ਦੀਨ ਦਇਆਲਾ, ਮਹਾ ਬਿਖਮ ਸਾਗਰ ਅਤਿ ਭਾਰੀ। ਉਧਰੋ ਸਾਧੂ ਸੰਗਰ ਵਾਲਾ ਰਹਾ, ਪ੍ਰਭ ਸੁਖ ਦਾਤੇ ਸਮਰੱਥ ਸੁਆਮੀ। ਜਿਉ ਪਿੰਡ ਸਭ ਤੁਮਰਾ ਮਾਲ, ਭ੍ਰਮ ਕੇ ਬੰਧਨ ਕਾਟੋ ਪਰਮੇਸ਼ਰ। ਨਾਨਕ ਕੇ ਪ੍ਰਭ ਸਦਾ ਕਿਰਪਾਲ। ਪ੍ਰਭ ਸੁਖ ਦਾਤੇ ਸਮਰੱਥ ਸੁਆਮੀ, ਜਿਉ ਪਿੰਡ ਸਭ ਤੁਮਰਾ ਮਾਲ। ਭ੍ਰਮ ਕੇ ਬੰਧਨ ਕਾਟੋ ਪਰਮੇਸ਼ਰ। ਨਾਨਕ ਕੇ ਪ੍ਰਭ ਸਦਾ ਕਿਰਪਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਾ ਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਰ ਅਪਾਰ ਅਜ਼ਮਤ ਬਖਸ਼ਿਸ਼। ਟਲਦੀ ਸ਼ਾਮ ਸੰਗਤ ਦੇ ਪਲ ਅਸੀਂ ਪ੍ਰਾਪਤ ਕੀਤੇ ਨੇ, ਭਾਵੇਂ ਕਿ ਅਸੀਂ ਗੁਰੂ ਦਰਬਾਰ ਹਾਜ਼ਰ ਹੋ ਪਾਏ ਹਾਂ ਜਾਂ ਟੈਲੀਵਿਜ਼ਨ ਰਾਹੀਂ, ਹੋਰ ਸੋਸ਼ਲ ਮੀਡੀਆ ਸੋਰਸਿਸ ਰਾਹੀਂ, ਘਰਾਂ ਥਾਵਾਂ ਤੋਂ ਸ਼ਬਦ ਦੀ ਆਭਾ ਨੂੰ ਮਾਣ ਰਹੇ ਹਾਂ। ਵਡਭਾਗੀ ਹਾਂ। ਇਹ ਸਮਾਂ ਗੁਰਬਾਣੀ ਦੀ ਲੜੀਵਾਰ ਵਿਆਖਿਆ ਦਾ ਹੈ। ਇਸ ਵਿੱਚ ਰਾਗ ਬਿਲਾਵਲ ਅਸੀਂ ਵਿਚਾਰ ਰਹੇ ਹਾਂ। ਮਹਲਾ ਪੰਜਵਾਂ। ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ, ਉਹਨਾਂ ਦੁਆਰਾ ਉਚਰਿਤ ਕੀਤਾ ਗਿਆ ਮੁਕਾਮੀ ਸੰਦੇਸ਼ ਸਾਨੂੰ ਪ੍ਰਾਪਤ ਹੁੰਦਾ ਹੈ। ਦੁਪਦਿਆਂ ਦੇ ਬਚਨਾਂ ਵਿੱਚ ਆਪ ਜੀ ਨੇ ਅਗਲੇਰਾ ਸ਼ਬਦ ਸਰਵਨ ਕੀਤਾ ਹੈ, ਜੋ ਇਸ ਪਾਵਨ ਸ਼ਬਦ ਦਾ ਰਹਾਉ ਦਾ ਪਦ ਹੈ। ਸਭ ਜ਼ਿਕਰ ਕਰਦੇ ਕਿ ਤੇਰੀ ਸ਼ਰਨ ਪ੍ਰਭ ਦੀਨ ਦਇਆਲਾ, ਮਹਾ ਬਿਖਮ ਸਾਗਰ ਅਤ ਭਾਰੀ। ਉਧਰੋ ਸਾਧੂ ਸੰਗਰ ਵਾਲਾ ਰਹਾਉ। ਤੇਰੀ ਸ਼ਰਨ ਪ੍ਰਭ ਦੀਨ ਦਇਆਲਾ। ਅਕਾਲ ਪੁਰਖ ਵਾਹਿਗੁਰੂ, ਜੋ ਜਿਹਦੀ ਪ੍ਰਭਤਾ ਹੈ, ਜਿਹਦਾ ਹੁਕਮ ਹੈ, ਜਿਹਦੀ ਮਾਨਤਾ ਚਾਰ ਚੁਫੇਰੇ ਹੈ, ਜਿਹਦੇ ਕਰਕੇ ਅਸੀਂ ਸਭ ਹਾਂ, ਜਿਹਦੇ ਹੁਕਮ ਵਿੱਚ ਸਭ ਕੁਝ ਚੱਲਦਾ, ਉਸ ਹਸਤੀ ਨੂੰ, ਜਿਸ ਨੂੰ ਬੜੇ ਸਿੰਪਲ ਵਰਡਸ ਵਿੱਚ ਕਹਿਣਾ ਹੋਏ ਤੇ ਬਾਣੀ ਉਹਨੂੰ ਕਹਿ ਰਹੀ ਹੈ ਕਿ ਕਿਰਤਮ ਨਾਮ ਕਥੈ ਤੇਰੇ ਜੀਹਬਾ, ਸਤ ਨਾਮ ਤੇਰਾ ਪਰਾ ਪੁਰਬਲਾ। ਜਿਹਦਾ ਨਾਮ ਹੀ ਸਤ ਹੈ, ਐਗਜ਼ਿਸਟ ਕਰਦਾ, ਹੋਂਦ ਵਾਲਾ ਹੈ, ਜਿਹੜਾ ਅਸਲ ਵਿੱਚ ਆ। ਗੁਰੂ ਮਹਾਰਾਜ ਉਸ ਅਸਲ ਵਾਲੇ ਦੇ ਸਾਹਮਣੇ, ਉਸ ਅਸਲ ਦੇ ਸਾਹਮਣੇ ਅਰਦਾਸ ਕਰ ਰਹੇ ਨੇ ਤੇ ਸਾਨੂੰ ਸਿਖਾ ਰਹੇ ਨੇ। ਇਹ ਬਾਤ ਤੇ ਸਾਰੀ ਹੈ ਸਾਡੇ ਅੰਦਰ ਦੀ ਕੌਂਸ਼ੀਅਸ ਦੀ ਹੀ ਸਾਰੀ। ਚੇਤਨ ਪੱਧਰ ਤੇ ਅਸੀਂ ਆਪਣੇ ਆਪ ਨਾਲ ਇੱਕ ਕਮਿਊਨੀਕੇਸ਼ਨ ਕਰਨਾ ਆ, ਆਪਣੇ ਆਪ ਨਾਲ ਗੱਲਬਾਤ ਕਰਨੀ ਹੈ। ਤੇ ਉਸ ਆਪਣੇ ਆਪੇ ਦੇ ਵਿੱਚ ਹੀ ਸਾਡਾ ਅਸਲ ਆਪਾ ਵੀ ਮੌਜੂਦ ਆ, ਜਿਹਦਾ ਅਸੀਂ ਅਸਲ ਰੂਪ ਆ, ਕਰਤਾਰ।
ਮਹਾਰਾਜ ਬਿਆਨ ਕਰਦੇ, ਤੇਰੀ ਸ਼ਰਨ ਪ੍ਰਭ ਦੀਨ ਦਇਆਲਾ। ਹੇ ਦੀਨਾਂ ਤੇ ਦਇਆ ਕਰਨ ਵਾਲੇ, ਹੇ ਪ੍ਰਭੂ, ਹੇ ਦਇਆ ਦੇ ਸੋਮੇ ਅਕਾਲ ਪੁਰਖ, ਮੈਂ ਤੇਰੀ ਸ਼ਰਨ ਆਇਆ ਹਾਂ। ਹੁਣ ਇਹਦੇ ਵਿੱਚ ਅਕਸਰ ਤੇ ਗੱਲ ਇਹ ਹੋਈ ਕਿ ਬੰਦੇ ਨੇ ਬਾਹਰੂਨੀ ਦੁਨੀਆ, ਜਿਹਨੂੰ ਕਹਿ ਲਓ ਕਿ ਜਿਹੜਾ ਸਾਡਾ ਆਪਣਾ ਬਾਹਰ ਵਰਲਡ ਆ, ਇਹਦੇ ਵਿੱਚ ਐਕਸਰਸਾਈਜ਼ ਕਰਨ ਵਾਸਤੇ ਧਰਮ ਦੇ ਖੇਤਰ ਦੇ ਵਿੱਚ ਵੀ ਕੁਝ ਇਹੋ ਜਿਹੇ ਸਿੰਬਲਸ ਬਣਾ ਲਏ, ਇਹੋ ਜਿਹੀ ਸਟੈਚੂਜ਼ ਬਿਲਡ ਕਰ ਲਏ, ਇਹੋ ਜਿਹੀਆਂ ਕਸਟਮਸ ਅਤੇ ਟਰੈਡੀਸ਼ਨਸ ਡਿਵੈਲਪ ਕਰ ਲਈਆਂ, ਜਿਹਦੇ 'ਚ ਲਿਟਰਲੀ ਤੌਰ 'ਤੇ ਕੁਝ ਜਗ੍ਹਾ, ਕੁਝ ਥਾਵਾਂ 'ਚ ਪਈਆਂ ਹੋਈਆਂ ਖਾਸ ਚੀਜ਼ਾਂ ਅਤੇ ਖਾਸ ਕਰਕੇ ਮੂਰਤੀਆਂ ਵਗੈਰਾ, ਉਹਨਾਂ ਤੱਕ ਆਸਥਾ ਕਰਕੇ ਜਾਣਾ ਅਤੇ ਉਹ ਪੂਜਾ ਅਰਚਨਾ ਕਰਨੀ ਸਭ ਰਿਹਾ। ਉਹਦੇ 'ਚ ਮੰਨ ਲਿਆ ਗਿਆ ਕਿ ਮੈਂ ਸ਼ਾਇਦ ਆਪਣੇ ਆਪ ਨੂੰ ਉੱਥੇ ਲੈ ਕੇ ਜਾ ਰਿਹਾ ਹਾਂ। ਜਿਵੇਂ ਅਸੀਂ ਬਾਣੀ 'ਚ ਬਚਨ ਪੜ੍ਹਦਿਆਂ ਹੋ, ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ, ਕਿਹਾ ਕਿ ਮੈਂ ਬੜੀ ਦੂਰੋਂ ਆਇਆ ਮਾਲਕ ਅਤੇ ਮੈਨੂੰ ਤੇਰੀ ਆਸ ਆ। ਹੁਣ ਜੇ ਇਹ ਬਾਤ ਕਿ ਦੇਖੀ ਜਾਏ ਤਾਂ ਹੋ ਸਕਦਾ ਕੋਈ ਗੁਰਦੁਆਰੇ ਦੇ ਨਾਲੋਂ ਹੀ ਉੱਠ ਕੇ ਆਇਆ ਹੋਏ, ਅਤੇ ਉਹ ਤਾਂ ਆ ਕੇ ਨਹੀਂ ਕਹਿ ਸਕਦਾ ਕਿ ਹੁਣ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ। ਇਹ ਦੂਰੀ ਵੀ ਡਿਫਰੈਂਟ ਆ। ਅਤੇ ਜਿਹਦੇ ਤੋਂ ਆਸ ਰੱਖੀ ਜਾਈਏ, ਜਿਹਦੇ ਬਾਬਤ ਕਿਹਾ ਕਿ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ, ਜਿਹ ਤੋਂ ਆਸ ਰੱਖੀ ਜਾ ਰਹੀ ਹੈ, ਉਹ ਵੀ ਇੱਕ ਉਸ ਲੈਵਲ ਦੀ ਜੋਤ ਆ ਜਿਸ ਨੂੰ ਬਾਣੀ ਕਹਿੰਦੀ ਹੈ ਤੂੰ ਆਪਣੀ ਸੁਰਤ 'ਚ ਇਜ਼ਹਾਰ 'ਚ ਲੈ ਕੇ ਆਉਣਾ। ਹੁਣ ਇਹ ਰੂਪ ਜੇ ਤੇ ਤੁਸੀਂ ਇਲੀਟੇਟ ਰਹਾਂਗੇ, ਅਮੂਡ ਰਹਾਂਗੇ, ਤਾਂ ਫਿਰ ਡੈਫੀਨੇਟਲੀ ਬਾਣੀ ਤੇ ਬਹੁਤ ਸਪਸ਼ਟ ਆ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਨ ਨਾ ਜਾਈ। ਜੇ ਤੂੰ ਇਹ ਸੋਚ ਕੇ ਬੈਠਾ ਹੋਏਗਾ ਨਾ ਕਿ ਸ਼ਾਇਦ ਕੁਝ ਇਹੋ ਜਿਹੀ ਪੂਜਾ ਅਰਚਨਾ ਵਿੱਚ ਪਾਏ ਕਿ ਮੈਂ ਉਸ ਹਸਤੀ ਤੱਕ ਪਹੁੰਚ ਜਾਵਾਂਗਾ, ਮਹਾਰਾਜ ਕਹਿੰਦੇ ਐਸਾ ਕੁਛ ਨਹੀਂ ਹੈਗਾ। ਇਹ ਤੇ ਮਿਲਣਾ ਜਿਸ ਨੂੰ ਬਾਣੀ ਨੇ ਇਸ ਤਰ੍ਹਾਂ ਵੀ ਬਿਆਨ ਕੀਤਾ, ਮਹਾਰਾਜ ਕਹਿੰਦੇ ਕਿ ਮੇਰੇ ਠਾਕੁਰ ਇਹ ਬਣਤ ਬਣਾਈ, ਇਸ ਕਾਇਆ ਕੀ ਕੀਮਤ ਕਿਨੈ ਨਾ ਪਾਈ। ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ, ਗੁਰਮੁਖ ਖੋਜੈ ਵੇ ਪਰਵਾਹ। ਕਿਆ ਗੁਰਮੁਖ ਹੋਵੈ ਕਾਇਆ ਸੁਧ ਹੈ, ਆਪੈ ਆਪ ਮਿਲਾਏ ਦਾ। ਬੰਦੇ ਆਪਣੇ ਅਸਲ ਆਪੇ ਨੂੰ ਮਿਲ, ਅਸਲ ਕੀ ਹੈ ਤੂੰ, ਅਸਲ ਰੂਪ ਕੀ ਹੈ ਤੇਰਾ। ਇਹ ਜਿਹੜੀ ਖੋਜ ਆ, ਇਹ ਜਿਹੜੀ ਐਫਰਟ ਆ, ਇਹਦੇ 'ਤੇ ਬੰਦੇ ਨੇ ਵਿਚਾਰ ਕਰਨੀ ਹੈ। ਬੰਦੇ ਨੇ ਇਹਦੇ 'ਤੇ ਆਪਣੀ ਚੇਤਨਾ ਨੂੰ, ਆਪਣੇ ਸੁਰਤ ਨੂੰ ਪ੍ਰੇਰਣਾ ਹੈ। ਹੈਲਪ ਸ਼ਬਦ ਵਿੱਚੋਂ ਹੋਏਗੀ, ਸੰਗਤ ਵਿੱਚੋਂ ਹੋਏਗੀ, ਕੁਝ ਸਾਡੀਆਂ ਟਰੈਡੀਸ਼ਨ ਦੇ ਵਿੱਚੋਂ, ਜਿਵੇਂ ਖਾਸ ਕਰਕੇ ਜੋ ਬਿਲੀਵ ਸਿਸਟਮ ਨੇ ਸਾਡੇ, ਉਹਦੇ ਵਿੱਚੋਂ ਹੋਏਗੀ। ਪਰ ਰਾਹ ਇਹੀ ਹੈ। ਇਹਦੇ ਅੰਦਰ ਫਿਰ ਇਹ ਵੀ ਹੈ ਕਿ ਜੇ ਬੰਦਾ ਬਹੁਤ ਡੀਪ ਲੈਵਲ 'ਤੇ ਦੇਖੇ ਤਾਂ ਅਸੀਂ ਬਹੁਤ ਇਮਾਨਦਾਰ ਹਾਂ। ਕਿਉਂ? ਕਿਉਂਕਿ ਸਾਨੂੰ ਬੇਈਮਾਨੀ ਕਰਨ ਦਾ ਮੌਕਾ ਨਹੀਂ ਬਣਿਆ, ਮਾਫੀ ਮੰਗਾਂਗਾ। ਅਸੀਂ ਬਹੁਤ ਸਾਫ ਸੁਥਰੇ ਹਾਂ ਕਿਉਂਕਿ ਸਾਨੂੰ ਕਿਤੇ ਮੌਕਾ ਨਹੀਂ ਬਣਿਆ ਜਿੱਥੇ ਅਸੀਂ ਕੁਝ ਵਾਸ਼ਨਾ ਦਾ ਨਾਚ ਕਰ ਸਕਦੇ, ਜਿੱਥੇ ਅਸੀਂ ਕੁਝ ਜੀਵਨ ਦੀਆਂ ਬਕਾਰੀ ਅਤੇ ਬਰਬਾਦੀ ਕਰਨ ਵਾਲੀਆਂ ਇਹੋ ਜਿਹੀਆਂ ਐਕਟੀਵਿਟੀਜ਼ ਵਿੱਚ ਇਨਵੋਲਵ ਨਾ ਹੋ ਜਾਂਦੇ। ਜਿੱਥੇ ਮੌਕਾ ਬਣਿਆ ਉੱਥੇ ਲੋਕ ਫਿਸਲ ਗਏ। ਬੰਦਾ ਬਹੁਤ ਕਮਜ਼ੋਰ ਹੈ ਮਨ ਕਰਕੇ, ਇਸ ਨੂੰ ਤੇ ਮਾੜਾ ਜਾ ਕੇ ਤੇ ਟੈਸਟ 'ਚ ਪਾਓ ਤੇ ਫਿਸਲ ਜਾਂਦਾ ਹੈ, ਫੇਲ ਹੋ ਜਾਂਦਾ ਹੈ। ਬਾਬਾ ਜੀ ਨੂੰ ਕਹਿੰਦੇ ਦੀਨ ਆ ਸੀ, ਅਦਨੇ ਆ ਸੀ, ਸਾਨੂੰ ਮਾਲਕ ਕਿਸੇ ਇਮਤਿਹਾਨ 'ਚ ਨਾ ਪਾ। ਅਸੀਂ ਤੇ ਇਮਤਿਹਾਨ 'ਚ ਪੈਣ ਤੋਂ ਪਹਿਲਾਂ ਫੇਲ ਹੋਏ ਪਏ ਜੀਵਨ ਯਾਪਨ ਦੇ ਵਿੱਚ। ਜਿਹਨੂੰ ਸਾਹਿਬ ਨੇ ਕਿਹਾ, ਲੋਭੀ ਕਾਵੇ ਸਾਹ ਨਾ ਕੀਚੈ, ਜੇ ਕਾ ਪਾਰ ਵਸਾਏ। ਲੋਭੀ ਦਾ ਕੀ ਵਸਾ ਕਰਨਾ? ਹਾਲਤ ਇਹ ਹੈ ਕਿ ਜੇ ਕੱਖ ਦਾ ਮੌਕਾ ਬਣੇ ਤੇ ਕੱਖ ਦਾ ਲਾਲਚ ਕਰੇਗਾ, ਜੇ ਲੱਖ ਦਾ ਮੌਕਾ ਬਣੇ ਤੇ ਲੱਖ ਦਾ ਲਾਲਚ ਕਰੇਗਾ। ਇਹ ਤੇ ਮੌਕਾ ਮਿਲਣ ਦੀ ਦੇਰ ਆ ਸਾਰੇ ਦੀ ਸਾਰੀ। ਤੇ ਜਿੱਥੇ ਜੀਵਨ ਦੀ ਫੋਰਸ ਹੀ ਲੋਭ ਹੋਏ, ਲਾਲਚ ਹੋਏ, ਸਵਾਰਥ ਹੋਏ, ਉੱਥੇ ਤੇ ਕਹਿਣਾ ਹੀ ਕੀ ਹੈ। ਸੋ ਬੜੇ ਓਨੈਸਟ ਹੋਣ ਦੀ ਗੱਲ ਹੈ ਆਪਣੇ ਆਪ ਦੇ ਨਾਲ। ਇਹ ਵੀ ਪਹਿਲਾ ਪੜਾਅ ਆ, ਆਪਣੀ ਰੀਅਲ ਸੈਲਫ ਨੂੰ ਅੰਡਰਸਟੈਂਡ ਕਰਨਾ। ਹੂ ਐਮ ਆਈ, ਮੈਂ ਕੌਣ ਹਾਂ? ਮੈਂ ਵਕਾਰਾਂ ਦਾ ਪੁਲੰਦਾ ਵਾਂ, ਮੈਂ ਔਗਣਾਂ ਦੀ ਇੱਕ ਖਾਣ ਬਣ ਚੁੱਕਾ ਆ। ਇਹ ਸਭ ਨੂੰ ਤਾਂ ਗੁਰੂ ਸਾਹਿਬ ਇਸ ਕਰਕੇ ਨਹੀਂ ਕਹਿ ਰਹੇ ਕਿ ਅਸੀਂ ਇਨਫੀਰੀਅਰ ਫੀਲ ਕਰਨਾ ਸ਼ੁਰੂ ਕਰ ਦਈਏ। ਨਾ, ਹੀਨ ਭਾਵ ਨਹੀਂ ਲਿਆਉਣ ਦੀ ਗੱਲ। ਇਹ ਤੇ ਇਹ ਹੈ ਕਿ ਜੋ ਕੰਮ ਆ ਉਸ ਨੂੰ ਸਹੀ ਤਰ੍ਹਾਂ ਵੇਖ ਲਿਆ ਜਾਏ। ਸਪੋਜ਼
ਜੇ ਬੰਦਾ ਕੰਮ ਵੇਖੇ ਜੀਵਨ ਦੇ ਸੁਧਾਰ ਦਾ, ਜੀਵਨ ਦੇ ਵਿੱਚ ਇੱਕ ਸਿੰਪਲ ਡਿਸਿਪਲਨ ਤੋਂ ਲੈ ਕੇ ਜਿਹਦੇ 'ਚ ਲੇਜ਼ੀਨੈਸ ਨਾ ਹੋਏ, ਬੰਦੇ ਦੇ ਅੰਦਰ ਪ੍ਰੋਗਰੈਸ ਕਰਨ ਦੀ ਐਬਿਲਿਟੀ ਆ ਜਾਏ, ਬੰਦੇ ਦੇ ਅੰਦਰ ਓਨੈਸਟ ਅਪਰੋਚ ਆ ਜਾਏ ਲਾਈਫ ਬਾਰੇ, ਇਹ ਛੋਟੇ ਛੋਟੇ ਵਰਚੂਜ਼ ਨੇ। ਬੀਤੇ ਕੱਲ੍ਹ ਵੀ ਅਸੀਂ ਸ਼ਾਂਤ ਪਾਈ ਗੁਰੂ ਸਤਿਗੁਰੂ ਪੂਰੇ ਦਾ ਸ਼ਬਦ ਵਿਚਾਰ ਰਹੇ ਸੀਗੇ, ਬੇਨਤੀ ਕਰ ਰਹੇ ਸੀ ਕੋਈ ਸ਼ਾਂਤੀ ਇਹੋ ਜਿਹੀ ਚੀਜ਼ ਨਹੀਂ ਜਿਹੜੀ ਉੱਡ ਕੇ ਸਾਡੇ ਸਿਰ 'ਚ ਆ ਜਾਣੀ ਹੈ। ਇਹ ਤਾਂ ਇੱਕ ਜੀਵਨ ਦਾ ਲਹਿਜ਼ਾ ਆ, ਤਰੀਕੇਕਾਰਤਾ ਆ। ਜੇ ਉਸ ਤਰੀਕੇਕਾਰਤਾ ਨੂੰ, ਉਸ ਤਰਜ਼ੇ ਜ਼ਿੰਦਗੀ ਨੂੰ, ਜਿਹਨੂੰ ਅਸੀਂ ਵੇ ਆਫ ਲਾਈਫ ਕਹਿੰਦੇ ਹਾਂ, if you're able to understand and adopt it, then definitely that path is going to lead us toward the peace of mind. But if we are fail to adopt that way of life, then definitely ਕਿਸੇ ਹੋਰ ਨੇ ਤੇ ਲਿਆ ਕੇ ਨਹੀਂ ਦੇਣੀ ਇਸ ਰੂਪ ਦੇ 'ਚ ਬਾਤ। ਇੱਥੇ ਮਹਾਰਾਜ ਜਿਹੜੀ ਬਾਤ ਕਰਦੇ, ਸਮਝ ਆਪਣੇ ਆਪ ਨੂੰ, ਬੜਾ ਦੀਨ ਹੈ ਤੂੰ, ਅਦਨਾ ਆ, ਕੋਈ ਸ਼ੱਕ ਨਹੀਂ ਇਹਦੇ 'ਚ, ਮਨ ਕਰਕੇ ਬਹੁਤਾ ਕੋਈ ਤਗੜਾ ਨਹੀਂ ਹੈਗਾ ਤੂੰ। ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰ, ਹਸਤੀ ਅੱਗੇ ਜੋ ਤੇਰੇ ਅੰਦਰ ਵੀ ਹੈ, ਤੇਰੇ ਬਾਹਰ ਚਾਰ ਚੁਫੇਰੇ ਉਹਦਾ ਹੀ ਰੂਪ ਫਿਲ ਰਿਹਾ ਆ, ਉਹਦੇ ਤੇ ਫੋਕਸ ਕਰ। ਇਸ ਨੂੰ ਯੂਨੀਵਰਸਲ ਇੱਕ ਐਨਰਜੀ ਕਹਿ ਲਓ, ਇਸ ਨੂੰ ਇੱਕ ਰਵੀ ਹੋਈ ਭਗਉਤੀ ਦੀ ਧਾਰਾ ਕਹਿ ਲਓ, ਸ਼ਕਤੀ ਰੂਪ ਦੇ ਵਿੱਚ। ਪ੍ਰਥਮ ਭਗਉਤੀ ਸਿਮਰਿਕੈ ਗੁਰੂ ਨਾਨਕ ਲਈ ਧਿਆਏ। ਅਸੀਂ ਉਸੇ ਹੀ ਅਹਿਸਾਸ ਕਰਦੇ ਜਿਹੜੀ ਚਾਰ ਚੁਫੇਰੇ ਫੈਲਾਅ ਵਿੱਚ ਬੈਠੀ ਹੈ ਪੂਰੇ ਬ੍ਰਹਿਮੰਡ ਤੇ ਯੂਨੀਵਰਸ ਦੇ ਵਿੱਚ, ਅਸੀਂ ਉਹਨੂੰ ਕਹਿੰਦੇ ਹਾਂ ਵੀ ਪ੍ਰਥਮ ਉਹਦਾ ਧਿਆਨ ਧਰ ਲਿਆ ਜਾਏ। ਉਸ ਸਰਵ ਸ਼ਕਤੀਸ਼ਾਲੀ, ਸਰਵ ਸ਼ਕਤੀਮਾਨ ਦਾ ਜਿਹੜਾ ਸਭ ਕਾਸੇ ਨੂੰ ਚਲਾ ਰਿਹਾ, ਸਾਡੇ ਤੁਹਾਡੇ ਸਭ ਵਿੱਚ ਮੌਜੂਦ ਹੈ। ਫਿਰ ਉਸ ਦੇ ਬਾਬਤ ਜਿਹਨੇ ਰਾਹ ਵਿਖਾਇਆ ਉਹਦਾ ਵੀ ਸ਼ੁਕਰਗੁਜ਼ਾਰ ਹੋਈਏ, ਗੁਰੂ ਨਾਨਕ ਸਾਹਿਬ ਦਾ, ਉਹਨਾਂ 10 ਪਾਤਸ਼ਾਹੀਆਂ ਦਾ। ਫਿਰ ਅਗਾਂ ਆਪਣੀ ਇਹੀ ਅਰਦਾਸ ਹੁੰਦੀ ਸਾਡੀ, ਇੱਥੇ ਵੀ ਅਰਦਾਸ ਹੀ ਹੈ। ਸਾਹਿਬ ਬਿਆਨ ਕਰਦੇ ਅਰਦਾਸ ਇਹ ਹੈ ਕਿ ਤੇਰੀ ਸ਼ਰਨ ਪ੍ਰਭ ਦੀਨ ਦਇਆਲਾ, ਮੈਂ ਤੇਰੀ ਸ਼ਰਨ ਆਇਆ ਪ੍ਰਭੂ, ਦੀਨਾਂ ਤੇ ਦਇਆ ਕਰਨ ਵਾਲਿਆ। ਇਹ ਐਗਜ਼ਿਸਟੈਂਸ, ਇਹ ਹੋਂਦ ਵਾਲੀ ਸਤਾ, ਮੁਝ ਅਦਨੇ ਦੀ ਅਰਦਾਸ ਤੇ ਬੇਨਤੀ ਸੁਣ, ਤੇ ਸੁਣ ਤਰਸ ਦੇ ਨਾਲ, ਕਿਉਂਕਿ ਤੇਰਾ ਸੁਭਾਅ ਹੈ ਕੰਪੈਸ਼ਨੇਟ ਹੋਣਾ, ਤੇਰਾ ਸੁਭਾਅ ਹੈ ਕਾਈਂਡਨੈਸ ਸ਼ੋ ਕਰਨੀ। ਸੋ ਮੈਂ ਉਸੇ ਚੀਜ਼ ਦੀ ਮੰਗ ਤੇਰੇ ਤੋਂ ਕਰਨ ਲੱਗਾ। ਨਾਲ ਤੇ ਅਗਲਾ ਬਚਨ ਲੈ ਲਈਏ। ਇੰਨੀ ਮਿੰਨਤ ਕਿਉਂ ਕਰ ਰਹੇ ਹੋ ਗੁਰੂ ਅਰਜਨ ਸਾਹਿਬ? ਕਹਿੰਦੇ ਮਹਾ ਬਿਖਮ ਸਾਗਰ ਅਤ ਭਾਰੀ, ਉਧਰੋਂ ਸਾਧੂ ਸੰਗ ਰਵਾਲਾ। ਮਹਾ ਬਿਖਮ ਸਾਗਰ ਅਤ ਭਾਰੀ, ਬੜਾ ਬਿਖਮ ਸਾਗਰ ਹੈ। ਬਿਖਮ ਸਾਗਰ, ਹਾਂ ਭਾਈ, ਇਸ ਤਰ੍ਹਾਂ ਆ ਕਿ ਜਦੋਂ ਬੰਦਾ ਜੀਵਨ ਦੇ ਵਿੱਚ ਆਲੇ ਦੁਆਲੇ ਨੂੰ ਵੇਖਦਾ ਆ ਤਾਂ ਉਸਨੂੰ ਪਤਾ ਲੱਗਦਾ ਕਿ ਐਕਚੁਅਲ ਲੈਵਲ 'ਤੇ ਮੁਸ਼ਕਿਲ ਕੀ ਹੁੰਦੀ ਹੈ, ਤਕਲੀਫ ਕੀ ਹੁੰਦੀ ਹੈ, ਕਠਿਨਾਈ ਕੀ ਹੁੰਦੀ ਹੈ। ਅਸੀਂ ਤਾਂ ਕਈ ਵਾਰੀ ਕਿਸੇ ਚੀਜ਼ ਨੂੰ, ਕਠਿਨਾਈ ਨੂੰ ਵੀ ਨਹੀਂ ਪ੍ਰੋਪਰ ਸਮਝ ਪੈਂਦੇ, ਬਿਖਮ ਕੀ, ਔਖਾ ਕੀ ਹੈ। ਜਿਵੇਂ ਅੱਜ ਦਾ ਸਮਾਜ ਆ, ਅੱਜ ਬੱਚਿਆਂ ਲਈ ਗੈਜਟਸ ਈਜ਼ੀਲੀ ਅਵੇਲੇਬਲ ਨੇ, ਗੈਜਟਸ ਦੇ ਉੱਤੇ ਇੰਟਰਨੈਟ ਐਕਸੈਸ ਈਜ਼ੀਲੀ ਅਵੇਲੇਬਲ ਆ। ਉਸ ਇੰਟਰਨੈਟ ਐਕਸੈਸ ਦੇ ਅੰਦਰ ਸੋਸ਼ਲ ਮੀਡੀਆ, ਇਹੋ ਜਿਹੇ ਗਰੁੱਪਸ, ਇਹੋ ਜਿਹਾ ਸਟੱਫ ਜਿਹੜਾ ਬੇਤਹਾਸ਼ਾ ਇਸ ਮਨ ਦੀ ਦੁਨੀਆ ਨੂੰ ਅਪੀਲ ਕਰਦਾ ਹੈ, ਉਹ ਬਹੁਤ ਆ। ਹੁਣ ਉਸ ਸਾਰੇ ਦੇ ਵਿੱਚ ਇੱਕ ਗਿਨੀ ਪਿਗ ਦੀ ਤਰ੍ਹਾਂ ਇੱਕ ਬੱਚੇ ਨੂੰ ਤੁਸੀਂ ਛੱਡ ਦਿਓ ਤੇ ਫਿਰ ਉੱਤੇ ਮੋਰਲ ਕੈਪ ਲਾਓ, ਉਹਤੇ ਡਿਸਿਪਲਿਨਰੀ ਮੈਜਰਮੈਂਟਸ ਲਗਾਓ, ਉਹ ਸਾਰਾ ਕੁਝ ਉਹਦੇ ਸ਼ੂਜ਼ 'ਚ ਖੜੇ ਹੋ ਕੇ ਤੇ ਦੇਖੋ ਉਹਦੀ ਹਾਲਤ ਕੀ ਹੈ, ਕਿੰਨਾ ਔਖਾ ਉਹਦੇ ਲਈ। ਮਤਲਬ ਉਸ ਨੂੰ ਤੁਸੀਂ ਇੱਕ ਕ੍ਰੇਵਿੰਗ ਦੇ ਨਾਲ ਭਰੇ ਹੋਏ ਸਟਮਕ ਦੇ ਨਾਲ, ਬਿਲਕੁਲ ਭੁੱਖੀਆਂ ਅੱਖਾਂ ਦੇ ਨਾਲ, ਇੱਕ ਕੈਂਡੀ ਜਿਹੜਾ ਹੈਗਾ ਉਸ ਟੱਬ ਦੇ ਵਿੱਚ ਲਿਜਾ ਕੇ ਬਿਠਾ ਤਾ ਤੇ ਉਹਨੂੰ ਕਿਹਾ ਵੀ ਬੇਟਾ ਗਿਣ ਕੇ ਬਸ ਨਾ ਤੂੰ 2 ਜਾਂ 3 ਕੈਂਡੀਜ਼ ਖਾਣੀਆਂ ਨੇ ਬਸ, ਦੈਟਸ ਇਟ, ਨੋਟ ਮੋਰ ਦੈਨ ਦੈਟ। ਜੇ ਤੂੰ 4 ਖਾ ਗਿਆ ਦੈਟ ਮੀਨ ਯੂ ਆਰ ਨੋਟੀ, ਜੇ ਤੂੰ ਹੋਰ 5-7 ਖਾ ਗਿਆ ਦੈਟ ਮੀਨ ਯੂ ਆਰ ਟੋਟਲੀ ਬੈਡ। ਜਦੋਂ ਉਸ ਤੋਂ ਰੁਕਿਆ ਨਹੀਂ ਦੈਟ ਮੀਨ ਵੀ ਆਰ ਓਵਰ ਵਿਦ ਯੂ, ਯੂ ਆਰ ਨੋਟ ਬਿਲੋਂਗਿੰਗ ਟੂ ਅਸ ਐਟ ਆਲ। ਅਸੀਂ ਤੈਨੂੰ ਜਿਹੜਾ ਪਨਿਸ਼ ਕਰਾਂਗੇ। ਇਸ ਐਕਚੁਅਲੀ ਇਹ ਜਿਹੜੀ ਹਾਲਤ ਅਸੀਂ ਸੰਸਾਰ ਵਿੱਚ ਦੇਖ ਰਹੇ ਹਾਂ, ਉਸ ਬੱਚੇ ਦੇ ਲੈਵਲ 'ਤੇ ਦੇਖੋ ਕੀ ਬਿਖਮ ਹੈ ਉਹਦੇ ਵਾਸਤੇ, ਕਿੰਨਾ ਔਖਾ ਆ। ਇਨ ਬਿਨ ਸੰਸਾਰ ਜਿਹੜਾ ਅਸੀਂ ਵੇਖ ਰਹੇ ਹਾਂ, ਜਿਵੇਂ ਦੇਖੋ ਆਪ ਨਸ਼ਿਆਂ ਦੀ ਜਿਹੜੀ ਅਲਾਮਤ ਆ, ਪੰਜਾਬ ਬਾਰੇ ਬੜੀ ਗੱਲ ਹੁੰਦੀ, ਕਿਉਂਕਿ ਇਮੋਸ਼ਨਲ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਈਜ਼ੀਲੀ ਵਰਗ ਲਾਇਆ ਜਾ ਸਕਦਾ ਹੈ। ਮਾਫੀ ਮੰਗਾਂਗਾ ਮੈਂ,
ਕੁਝ ਡਾਟਾ ਸ਼ੇਅਰ ਕਰ ਦਿਓ, ਕੁਝ ਇਹੋ ਜਿਹੇ 2-4 ਇੰਸੀਡੈਂਟ ਸ਼ੇਅਰ ਕਰ ਦਿਓ, ਪੀਪਲ ਗੈਟ ਇਮੋਸ਼ਨਲ ਵੈਰੀ ਸੂਨ। ਹੋ ਪੰਜਾਬ ਵਿੱਚ ਇੱਕ 6ਵਾਂ ਦਰਿਆ ਨਸ਼ਿਆਂ ਦਾ ਚੱਲ ਰਿਹਾ, ਪੁੱਤ ਮਰ ਗਏ ਨੇ, ਇਸ ਤਰ੍ਹਾਂ ਹੋ ਗਿਆ, ਇਸ ਤਰ੍ਹਾਂ ਹੋ ਗਿਆ। ਇਹ ਸਭ ਰੂਪਾਂ ਦੇ ਵਿੱਚ ਬਈ ਦੁਨੀਆ ਦਾ ਕਿਹੜਾ ਖਿੱਤਾ ਜਿੱਥੇ ਹੈ ਨਹੀਂ ਗਾ। ਅਸੀਂ ਕੈਨੇਡਾ 'ਚ ਬੈਠੇ ਹਾਂ, ਕੈਨੇਡਾ ਦੇ 'ਚ $multi-trillion ਦੀ ਜਿਹੜੀ ਇਹ ਇੰਡਸਟਰੀ ਹੈ ਇਲਿਸਿਟ ਡਰੱਗਸ ਦੀ, $multi-trillion ਦੀ। I'm not saying 1 or 2 trillion, and it's data which is showing all that. ਹੋਰ ਤੇ ਗੱਲ ਛੱਡੋ, COVID-19 ਬੜਾ ਫੈਟਲ ਸੀਗਾ, ਮੋਰਟੈਲਿਟੀ ਰੇਟ ਬੜਾ ਹਾਈ ਸੀਗਾ, people were dying very badly, but you know, young people, they died during these whole last months. Why? Due to the overdose. ਮਤਲਬ ਤੁਸੀਂ ਉਹ ਡਾਟਾ ਦੇਖੋ, ਤੁਹਾਨੂੰ ਪਤਾ ਲੱਗੇਗਾ ਹੱਦ ਹੋ ਗਈ। ਇਹ ਹਾਲਤ ਹੈ, ਹਾਂਜੀ ਇਹ ਹਾਲਤ ਹੈ, ਇਹ ਸਮਾਜ ਦੀ ਹਾਲਤ ਹੈ। ਤੇ ਇਸ ਸਾਰੇ ਦਾ ਰੀਜ਼ਨ ਕੀ ਬਣ ਰਿਹਾ? ਰੀਜ਼ਨ 2 ਰੂਪਾਂ ਦੇ ਵਿੱਚ। ਨੰਬਰ 1 ਤੇ ਇਹ ਕਿ ਦੁਨੀਆ ਦੇ ਵਿੱਚ ਆਵਾਜਾਈ ਬਹੁਤ ਵੱਧ ਗਈ, ਸਾਧਨ ਵੱਧ ਗਏ, ਮੂਵਮੈਂਟ ਵੱਧ ਗਈ। ਤਾਂ ਉਸ ਮੂਵਮੈਂਟ ਦੇ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਇਹੋ ਜਿਹਾ ਸਮਾਨ ਸ਼ਿਫਟ ਕਰਨਾ ਆਸਾਨ ਹੋ ਗਿਆ। ਦੂਸਰਾ ਇਹਦਾ ਸੈਕੰਡ ਰੀਜ਼ਨ ਇਹ ਹੈ, ਲੋਕਾਂ ਦੇ 'ਚ ਐਕਸਪੋਜ਼ਰ ਆ ਗਿਆ ਨਾ ਚੀਜ਼ਾਂ ਦੇ ਬਾਬਤ, ਵੀ ਆਹ ਕੈਮੀਕਲ ਖਾ ਕੇ ਐਵੇਂ ਹੁੰਦਾ, ਆਹ ਨਸ਼ਾ ਖਾ ਕੇ ਐਵੇਂ ਹੁੰਦਾ। ਇਸ ਸਾਰੇ ਦੇ ਨਾਲ ਇਹਨਾਂ 2 ਚੀਜ਼ਾਂ ਦੇ ਪਿੱਛੇ ਫਿਰ ਤੀਸਰੀ ਚੀਜ਼ ਜਿਹੜੀ ਬਣੇਗੀ ਉਹ ਹੈ ਬੰਦੇ ਦੀ ਹਵਸ ਪੈਸਾ ਬਣਾਉਣ ਦੀ। ਉਹ ਜਿਹੜੀ ਚੀਜ਼ ਹੈ ਅਮੀਰੀ ਮੰਨਣ ਦੀ ਬੜੀ ਜਲਦੀ, ਉਹ ਫਿਰ ਲੋਕਾਂ ਨੂੰ ਪ੍ਰੇਰਦੀ ਇਸ ਰੂਪ ਦੇ ਵਿੱਚ। ਮੈਂ ਇੱਕ ਸਿੰਪਲ ਐਗਜ਼ਾਮਪਲ ਕਰਦੇ, ਕਿਉਂਕਿ ਬਿਖਮ ਨੂੰ ਸਮਝਿਆ ਜਾਏ ਉਸ ਲੈਵਲ 'ਤੇ। ਕਈ ਵਾਰੀ ਮਾਫੀ ਮੰਗਾਂਗਾ, ਹਾਲਾਂਕਿ ਸਿੰਪਲ ਜਿਹੇ ਅਰਥ ਕਰਕੇ ਵੀ ਆਪਾਂ ਜਾ ਹੀ ਸਕਦੇ ਹਾਂ, ਪਰ ਇਹਦੀ ਡੀਪ ਲੈਵਲ 'ਤੇ ਅੰਡਰਸਟੈਂਡਿੰਗ ਹੋਣੀ ਬੜੀ ਜ਼ਰੂਰੀ ਹੈ ਇਹਨਾਂ ਸ਼ਬਦਾਂ ਦੀ। ਹੁਣ ਇਸ ਤਰ੍ਹਾਂ ਜਾਣੋ, ਅਸੀਂ ਇੱਥੇ ਇੱਕ ਵਾਰੀ ਜਿਹੜੇ ਲੋਕ ਬੱਚਿਆਂ ਨੂੰ ਆਪਣੇ ਡਰੱਗ ਟ੍ਰੈਫਿਕਿੰਗ ਵਾਸਤੇ, ਛੋਟੇ ਬੱਚਿਆਂ ਨੂੰ ਇੱਕ ਕੁਰੀਅਰਸ ਦੀ ਤਰ੍ਹਾਂ ਹਾਇਰ ਕਰਦੇ ਨੇ, ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ। ਉਹ ਮਤਲਬ ਇਸ ਤਰੀਕੇ ਨਾਲ ਜਿਹੜੇ ਕੰਮ ਕਰਦੇ ਫਿਰ ਮੁੜ ਕੇ ਪਰਤ ਆਏ। ਅਤੇ ਅਸੀਂ ਕਈ ਵਾਰ ਬੱਚਿਆਂ ਨਾਲ ਇਸ ਤਰ੍ਹਾਂ ਦੇ ਕੈਂਪ ਵਗੈਰਾ ਲਗਾ ਕੇ ਉਹਨਾਂ ਨਾਲ ਫਿਰ ਉਹਨਾਂ ਦੀ ਡਾਇਰੈਕਟ ਜਿਹੜੀ ਇਹ ਇੰਟਰੈਕਸ਼ਨ ਵੀ ਕਰਾਉਂਦੇ, ਸਮਝਾਉਣ ਵਾਸਤੇ, ਦਰਸਾਉਣ ਵਾਸਤੇ ਕਿ ਭਾਈ ਇਹ ਦੁਨੀਆ 'ਚੋਂ ਵੇਖ ਆਏ ਨੇ, ਪਰਤ ਕੇ ਆਏ ਨੇ ਵਾਪਸ। ਪੁੱਛ ਲਓ ਇਹਨਾਂ ਨੂੰ, ਇਹਦੇ 'ਚ ਕੁਝ ਨਹੀਂ ਹੈਗਾ। ਜੇ ਤੁਹਾਡੇ ਕਿਸੇ 'ਚ ਇੱਛਾ ਹੈ ਜਾਣ ਦੀ, ਨਾ ਜਾਓ, ਇਹਨਾਂ ਤੋਂ ਪੁੱਛ ਲਓ ਜੋ ਤੁਸੀਂ ਪੁੱਛਣਾ ਹੈਗਾ। ਉਹਦੇ 'ਚ 1-2 ਬੱਚਿਆਂ ਦੇ ਬੜੇ ਸਿੰਪਲ ਕੁਐਸਚਨ ਸੀਗੇ। ਇੱਕ ਬੱਚਾ ਪੁੱਛਦਾ ਕਿ ਯੂ ਨੋ I don't think, or it's really hard for me to understand why people are even bothering themselves to become a drug trafficker or courier for you guys. Okay, then let me give you the idea. In which grade are you now? Okay, in the grade 12. So that next year you will be in university. Can they? Yes. Can they? Would you prefer a very cool and new car for your university? Okay, definitely. Do you think your family can afford it? They might actually buy a car for me on installments, but they won't be able to afford my other expenses such as insurance and all that. And if I provide you a car and paying insurance and everything, how about that? That's cool. That is the thing. ਸਾਡੇ ਕੋਲ ਤਾਂ ਕਹਿੰਦੇ ਲਾਈਨ ਲੱਗੀ ਹੁੰਦੀ ਹੈ ਪੂਰੀ ਦੀ ਪੂਰੀ। ਅਸੀਂ ਉਹਨਾਂ ਨੂੰ ਕਹਿੰਦੇ ਗੱਲ ਹੀ ਕੁਛ ਨਹੀਂ ਹੈ, ਜਿਹੜੀ ਮਰਜ਼ੀ ਕੂਲ ਕਾਰ, SUV ਜੈਸਾ ਮਰਜ਼ੀ ਬਾਏ ਕਰੋ। ਸਾਡੀ 1-2 ਡੀਲ ਕਰਨੀ ਹੈ, ਬਾਕੀ ਤੁਸੀਂ ਕਾਰ ਇੰਜੋਏ ਕਰਨੀ ਹੈ। ਹੁਣ ਜਿਹੜਾ ਇਸ ਤਰੀਕੇ ਦੀ ਕਿੱਡਾ ਬਿਖਮ ਆ, ਕਾਰ ਆਫਰ ਹੋ ਰਹੀ ਹੈ, ਸਾਹਮਣੇ ਹੈ, ਤੇਲ ਦੇ ਰਹੇ ਨੇ, ਇੰਸ਼ੋਰੈਂਸ ਉਹਨਾਂ ਪੇ ਕਰਨੀ, ਐਵਰੀਥਿੰਗ ਦੇ ਗੋਣਾ ਐਕਚੁਅਲੀ ਕਵਰ, ਐਂਡ ਹਾਊ ਕਮ I cannot stop myself. ਕਿੱਡਾ ਬਿਖਮ ਆ। ਇਹ ਹੈ, ਅਸੀਂ ਕਹਿ ਤਾਂ ਦਿੰਦੇ ਹਾਂ ਕਿ ਉਹ ਹੋ ਮੱਛੀ ਹੈ, ਮੱਛੀ ਜਿਹੜੀ ਹੈ ਨਾ ਉਹਨੂੰ ਕੰਡਾ ਨਹੀਂ ਦਿਸਦਾ, ਕਾਂਟਾ ਨਹੀਂ ਦਿਸਦਾ, ਉਹਨੂੰ ਸਿਰਫ ਤੇ ਸਿਰਫ ਜਿਹੜਾ ਮਾਸ ਦਾ ਟੁਕੜਾ ਦਿਸਦਾ ਅਤੇ ਉਹ ਖਾਣ ਵਾਸਤੇ ਵੱਧਦੀ ਹੈ। ਹਾਊ ਅਬਾਊਟ ਅਸ? ਬਿਖਮ ਇਹ ਹੈ, ਇਹ ਕਠਨ ਹੈ। ਜਦੋਂ ਸੰਸਾਰ ਦੇ ਵਿੱਚ ਇਸ ਰੂਪ ਦੇ 'ਚ ਬੰਦਾ ਵਿਚਰਦਾ, ਵਕਾਰਾਂ ਦੀ ਇਹ ਸਾਰਾ ਸ਼ਬਦ ਵਕਾਰਾਂ 'ਤੇ। ਮੈਂ ਇੱਕ ਐਗਜ਼ਾਮਪਲ ਕੀਤੀ ਹੈ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ। ਸਾਡੇ ਆਮ
ਰਹਿਣ ਸਹਿਣ ਖਾਣ ਪਾਣ ਰਹਿਣ ਸਹਿਣ ਦੇ ਢੰਗ ਤਰੀਕੇ ਦੇ ਵਿੱਚ ਚੁਗਲੀ ਬਖੀਲੀ ਕਿੰਨੀ ਹੈ। ਮਤਲਬ ਲੋਕਾਂ ਨੂੰ ਬੈਕ ਬਾਈਟਸ ਕਰਨੀਆਂ, ਇਸ ਕਿਸਮ ਦੇ ਨਾਲ ਜਿਹੜਾ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਪਿੱਠ ਪਿੱਛੇ ਉਹਨਾਂ ਦੀ ਜਿਹੜਾ ਹੈਗਾ ਨਿੰਦਿਆ ਬਖੀਲਗੀ ਕਰਨੀ ਵੱਡਿਆਂ ਦੀ ਆਮ ਆਦਤ ਹੈ। ਜਿੱਥੇ ਦੋ ਬੰਦੇ ਇਕੱਠੇ ਹੋਣਗੇ ਉੱਥੇ ਹੋ ਜਾਣਗੇ ਸ਼ੁਰੂ ਨਾਲ ਦੀ ਨਾਲ। ਮਤਲਬ ਕਿਹਾ ਜਾਏ ਕਿ ਇਹ ਕਿਹੜੀ ਵੱਡੀ ਗੱਲ ਹੈ, ਛੱਡ ਦਿਓ ਇਸ ਚੀਜ਼ ਨੂੰ, ਹੱਦ ਹੋ ਗਈ। ਮਤਲਬ ਕਿੰਨੀ ਖੁਸ਼ੀ ਮਿਲਦੀ ਕਿਸੇ ਨੂੰ ਭੰਡ ਕੇ, ਕਿੰਨੀ ਖੁਸ਼ੀ ਮਿਲਦੀ ਕਿਸੇ ਦੀ ਬੁਰਿਆਈ ਕਰਕੇ। ਕਿਵੇਂ ਹਟ ਜੇ ਬੰਦਾ? ਆਦਤਾਨਾ ਪੱਖ ਤੋਂ ਤੇ ਬੰਦਾ ਲਗਾਤਾਰ ਕਰੇਗਾ ਇਸ ਚੀਜ਼ ਨੂੰ। ਸੋ ਇਸ ਰੂਪ ਦੇ ਵਿੱਚ ਜਿਹੜਾ ਕਿੰਨਾ ਬਿਖਮ ਆ। ਇੱਥੇ ਮਨ ਦੀਨ ਹੈ, ਮਨ ਚਾਹ ਕੇ ਵੀ ਰੋਕ ਨਹੀਂ ਸਕਦਾ। ਮੈਂ ਦੋ ਵੱਖਰੇ ਸਿਨੈਰੀਓ ਦਿੱਤੇ ਨੇ ਤੁਹਾਡੇ ਸਾਹਮਣੇ। ਬਾਕੀ ਹੋਰ ਤੇ ਵਕਾਰਾਂ ਦੀ ਦੁਨੀਆ ਕਿੰਨੀ ਹੈ। ਮੈਂ ਤੇ ਖੁਦ ਨਸ਼ਿਆਂ ਦੇ ਜਿਹੜੇ ਲੋਕ ਦੋ ਚਾਰ ਹੋ ਰਹੇ ਨੇ ਐਡਿਕਸ਼ਨ ਦੇ ਨਾਲ, ਉਹਨਾਂ ਨਾਲ ਕੰਮ ਕਰਦਾ ਕਈ ਵਰਿਆਂ ਤੋਂ। ਮੈਂ ਦੇਖਦਾ ਕੀ ਹਾਲਤ ਹੈ, ਕਿੰਨੀ ਅਖਿਆਈ ਉਹਨਾਂ ਵਾਸਤੇ। LCBO ਖੁੱਲੇ ਨੇ ਬਾਹਰ, ਜੇਬ ਵਿੱਚ ਪੈਸੇ ਨੇ, ਪੀਣ ਨੂੰ ਜੀ ਕਰਦਾ ਹੈ, ਕਿਵੇਂ ਰੋਕਣਗੇ ਉਹ? ਉਹਨਾਂ ਦੇ ਕੋਲ ਕਿਸੇ ਤਰੀਕੇ ਨਾਲ ਘਰ ਦੇ 'ਚ ਕੋਈ ਸਮਾਨ ਦਿਸਦਾ ਵੀ ਓਕੇ ਮੈਂ ਨਾ ਆਹ ਚੀਜ਼ ਵੇਚ ਸਕਦਾ, ਬੈਂਕ ਮੈਨੂੰ ਲੋਨ ਦੇ ਸਕਦਾ ਤੇ ਉਹਦੇ ਇਵਜ ਵਿੱਚ ਮੈਂ ਕੋਕੇਨ ਲਿਆ ਕੇ ਖਾ ਸਕਦਾ। ਵਾਹ, ਅੰਦਰ ਕ੍ਰੇਵਿੰਗ ਹੋ ਰਹੀ ਹੈ। ਮਤਲਬ ਇਹ ਸਾਰਾ ਰੂਪ ਜਿਹੜਾ ਆ ਕਿੱਡਾ ਬਿਖਮ ਆ। ਇਹਦੀ ਬਿਖਮਤਾ ਦੀ ਗੱਲ ਕਰਦੇ। ਇੱਥੇ ਦੀਨ ਹੈ, ਬੰਦਾ ਦਿਸ ਵੀ ਰਿਹਾ ਆਹ ਗਲਤ ਹੈ ਤੇ ਆਹ ਸਹੀ ਹੈ, ਪਰ ਕੈਸਾ ਦੀਨ ਹੈ। ਸਹੀ ਨਹੀਂ ਚੂਜ਼ ਕਰ ਪਾਉਂਦਾ, ਗਲਤ ਚੂਜ਼ ਕਰ ਲੈਂਦਾ। ਅੰਦਰ ਮਤਲਬ ਪੇਸ਼ ਹੀ ਨਹੀਂ ਜਾ ਰਹੀ ਅੰਦਰ। ਇਸ ਸਾਰੀ ਹਾਲਤ 'ਚ ਬੰਦਾ ਕਿਵੇਂ ਬਦਲੇ? ਇੱਥੇ ਜਾ ਕੇ ਫਿਰ ਜਦੋਂ ਚੀਜ਼ ਆਉਂਦੀ ਹੈ ਨਾ, ਇਹ ਹੈ ਵੀ ਜਦੋਂ ਕਰਤਾਰ ਸਹਾਈ ਹੋਏ, ਜਦੋਂ ਕਿਤੇ ਉਹ ਮੱਤ ਮੋੜੇ, ਜਦੋਂ ਕਿਤੇ ਉਹ ਤਰਸ ਕਰੇ, ਤੇ ਉਹਦੇ 'ਚ ਬਾਣੀ ਨੇ ਇੱਕ ਯੂਨੀਵਰਸਲ ਤਰੀਕਾ ਦਿੱਤਾ ਜਿਹੜਾ ਅੱਜ ਕੱਲ੍ਹ ਹਰ ਤਰ੍ਹਾਂ ਦੇ ਰੀਹੈਬਲੀਟੇਸ਼ਨ ਪ੍ਰੋਗਰਾਮਾਂ 'ਚ ਲੋਕ ਯੂਜ਼ ਕਰਦੇ ਨੇ, ਹਰ ਤਰ੍ਹਾਂ ਦੀ ਥੈਰੇਪੀ 'ਚ ਯੂਜ਼ ਕੀਤਾ ਜਾਂਦਾ ਹੈ, ਹਰ ਤਰ੍ਹਾਂ ਦੇ ਟਰੀਟਮੈਂਟਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈਗਾ, ਜਿਹਨੂੰ ਅਸੀਂ ਸਿਮਰਨ ਕਹਿ ਦਿੰਦੇ ਹਾਂ, ਰੈਪੀਟੀਸ਼ਨ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਸੰਗਤ ਕਹਿੰਦੇ ਹਾਂ, ਇਨਵਾਇਰਮੈਂਟ। ਇਹ ਸਭ ਚੀਜ਼ਾਂ ਹੀ ਬਾਣੀ ਸਾਰੀ ਬਾਣੀ ਇਹਦੇ ਉੱਤੇ ਫੋਕਸ ਕਰਦੀ। ਅਨਫੋਰਚੂਨੇਟਲੀ ਅਸੀਂ ਕਿਤੇ ਹੋਰ ਲੈ ਗਏ ਇਸ ਨੂੰ। ਆਹ ਜਿਹੜਾ ਬਚਨ ਹੈ ਮਹਾਰਾਜ ਨੇ ਬਿਆਨ ਕੀਤਾ, ਕਹਿੰਦੇ ਕਿ ਮਹਾ ਬਿਖਮ ਸਾਗਰ ਅਤ ਭਾਰੀ। ਬੜਾ ਬਿਖਮ ਤੇ ਬੜਾ ਭਾਰੀ ਸਾਗਰ ਹੈ ਬਾਬਾ। ਉਧਰੋਂ ਸਾਧੂ ਸੰਗਰ ਵਾਲਾ, ਮੇਰੇ ਤੇ ਤਰਸ ਕਰ, ਮੈਨੂੰ ਨਾ ਉਧਾਰ। ਤੇ ਉਧਾਰੇਗਾ ਕਿਵੇਂ ਦਾਤਾ? ਸਾਧੂ ਸੰਗਰ ਵਾਲਾ। ਰਵਾਲ ਕਹਿੰਦੇ ਧੂੜ ਨੂੰ, ਚਰਨ ਧੂੜ। ਬੜੇ ਹੰਬਲਨੈਸ ਦੇ ਨਾਲ, ਬੜੀ ਹਲੀਮੀ ਦੇ ਨਾਲ ਬੰਦਾ ਚੰਗੇਰਿਆਂ ਦੀ ਸੰਗਤ ਕਰੇ। ਇਹ ਸੱਚ ਹੈ ਕਿ ਜਿੰਨੀ ਦੇਰ ਤੱਕ ਸਾਡੇ ਅੰਦਰ ਕਿਸੇ ਦੀ ਸ਼ੈਡੋਇੰਗ ਤੇ ਚੰਗਿਆਂ ਦੀ ਸ਼ੈਡੋਇੰਗ ਪ੍ਰਾਪਤ ਕਰਨ ਦੀ ਜਾਂਚ ਨਹੀਂ ਆਏਗੀ, ਸਾਡੇ ਜੀਵਨ 'ਚ ਬਦਲਾਅ ਨਹੀਂ ਆ ਸਕਦਾ, ਤਬਦੀਲੀ ਨਹੀਂ ਆ ਸਕਦੀ। ਜਿਹਨੂੰ ਅਸੀਂ ਟਰਾਂਸਫੋਰਮੇਸ਼ਨ ਕਹਿੰਦੇ ਨਾ, ਜੀਵਨ ਦੀ ਤਬਦੀਲੀ ਇੱਥੋਂ ਹੀ ਆਉਂਦੀ ਹੈ। ਤੇ ਜਿੱਥੇ ਬੰਦਾ ਆਕੜਖੋਰਾ ਹੋ ਕੇ ਰਹੇਗਾ, ਤੇ ਆਕੜਖੋਰਾ ਹੋ ਕੇ ਤੇ ਫਿਰ ਐਸਾ ਆ ਕਿ ਜਾਂ ਤੇ ਆਪਣੇ ਤੋਂ ਨੀਵੇਂ ਜਿਹੜੇ ਨੇ, ਜਿਹੜੇ ਉਹਦੀ ਆਕੜ ਨੂੰ ਝੱਲ ਸਕਣਗੇ, ਉਹਨਾਂ ਨਾਲ ਸਾਂਝ ਬਣੇਗੀ, ਤੇ ਜਾਂ ਫਿਰ ਆਈਸੋਲੇਟ ਹੋ ਜਾਏਗਾ। ਇਹ ਦੋ ਹੀ ਕੰਮ ਹੁੰਦੇ ਨੇ। ਬੰਦਾ ਜਾਂ ਤੇ ਇਹੋ ਜਿਹਿਆਂ ਦੇ ਆਲੇ ਦੁਆਲੇ 'ਚ ਘਿਰ ਜਾਂਦਾ ਹੈ ਜਿਹੜੇ ਉਹਦੀ ਆਕੜ ਦਾ ਭਾਰ ਚੁੱਕ ਸਕਦੇ ਨੇ, ਤੇ ਉਹਨਾਂ 'ਚ ਬੜਾ ਉਹ ਬੌਸ ਬਣ ਕੇ ਰਹਿੰਦਾ ਹੈ, ਤੇ ਜਾਂ ਫਿਰ ਉਹ ਬਿਲਕੁਲ ਆਈਸੋਲੇਟ ਹੋ ਜਾਂਦਾ ਵੀ ਹੂ ਕੇਅਰ, ਮੈਂ ਤੇ ਗੱਲ ਹੀ ਨਹੀਂ ਸੁਣਦਾ ਕਿਸੇ ਦੀ। ਜਿੱਥੇ ਥੋੜ੍ਹੀ ਟੋਕਾ ਟਕਾਈ ਹੋਏ, ਜਿੱਥੇ ਕਿਸੇ ਕੋਈ ਉਹਨੂੰ ਅਹਿਸਾਸ ਕਰਾਏ, ਤੇ ਖਾਸ ਕਰਕੇ ਸਿੱਖਿਆਤਮਕ ਪੱਖ ਤੋਂ, ਸੌਰੀ ਟੂ ਸੇ, ਮਾਫੀ ਚਾਹਾਂਗਾ, ਤੁਹਾਡਾ ਵੱਡਾ ਹਿੱਸਾ ਇੱਥੇ ਐਜ਼ ਏ ਸਟੂਡੈਂਟ, ਐਜ਼ ਏ ਜਿਹੜਾ ਹੈਗਾ ਜਰਨੀ ਤੁਸੀਂ ਇੱਥੇ ਜੀ ਰਹੇ ਹੋ। ਮੈਂ ਬੇਨਤੀ ਕਰਾਂਗਾ, ਇੱਕ ਏਜ ਹੁੰਦੀ ਜਦੋਂ ਬੰਦੇ ਨੂੰ ਸੁਪਰਵਿਜ਼ਨ ਚਾਹੀਦੀ ਹੈ। ਪੇਰੈਂਟਲ ਸੁਪਰਵਿਜ਼ਨ ਇਜ਼ ਦ ਬੈਸਟ ਥਿੰਗ, ਬੜੀ ਜ਼ਰੂਰੀ ਹੈ। ਉਹਦੇ ਨਾਲ ਜੀਵਨ ਜਿਹੜਾ ਹੈਗਾ ਇਹ ਬਿਲਡ ਹੋ ਜਾਂਦਾ, ਬਣ ਜਾਂਦਾ, ਉਸਰ ਜਾਂਦਾ। ਜਿੰਨੀ ਦੇਰ ਤੱਕ ਬੰਦੇ ਨੇ ਗ੍ਰੇਡ 12 ਕੀਤਾ ਹੈ, ਉਨੀ ਦੇਰ ਤੱਕ ਉਹਨੂੰ ਸਹੀ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਹੈਗਾ। ਤੇ ਜਿਹੜੀਆਂ ਆਦਤਾਂ ਨੇ ਇਹ ਬੜੀ ਜਲਦੀ ਆ ਜਾਂਦੀਆਂ ਨੇ। ਜਿਹੜੀ ਮਾੜੀ ਹੈਬਚੁਅਲਿਟੀ, ਕਿਸੇ ਕਿਸਮ ਦੀ ਹੈਬਚੁਅਲ ਹੋ ਜਾਣਾ, ਹੈਬਚੁਅਲਿਟੀ ਆ ਜਾਣੀ, ਦੈਟ ਇਜ਼ ਵੈਰੀ ਈਜ਼ੀ। ਸੋ ਸਾਰੇ 'ਚ ਇਹ ਹੈ ਕਿ ਜੇ ਥੋੜ੍ਹੀ ਜਿਹੀ ਮੈਚਿਓਰਿਟੀ ਆ ਜਾਏ, ਤੇ ਉਸ ਮੈਚਿਓਰਿਟੀ ਦੇ ਲੈਵਲ 'ਤੇ ਬੰਦਾ ਚਲਾ ਜਾਏ, ਫਿਰ ਉਸ ਤੋਂ ਬਾਅਦ ਜਿੱਧਰ ਪ੍ਰੋਗਰੈਸ ਕਰਨੀ ਕਰ ਲਵੇ। ਪਰ ਉਹ
चीज़ चंगी नहीं लगती। क्यों नहीं चंगी लगती? क्योंकि उत्ते कारण ये वो क्रिटिसाइज करते हैं, वो टोकते हैं, वो रोकते हैं। ये मन्निया गया कि बेस्ट इज़ द एनमी ऑफ बैटर। कोई चीज़ चलो किसी तरीके नाल सानूं लगदा भी बैटर हो रहा है, ठीक हो रहा है, बट असीं बैटर तो चाहते ही नहीं गए। असीं की चाहते हैं? बेस्ट, परफेक्ट, बिल्कुल। पेरेंट्स बेचारे इसे गल च रहिंदे ने भी बेस्ट पैदा करना है, बिल्कुल एंड बच्चे साडे बेस्ट होण। वो बेस्ट तो नहीं बन पाउंदे, बैटर भी नहीं रह पाउंदे, वो कुछ होर ही बन जांदे। इस करके बैटर कर लो, बेस्ट ना भी होणगे तां भी कोई गल नहीं। आप भी जो बेस्ट बनाना चाह रहे ने तो कोई ना उन्होंने एफर्ट नूं फल ला लो थोड़ा, पर हलीमी, हंबलनेस, निमरता ये आएगी। जिथे माँ बाप के गुणात्मक पक्ष की सांझ नहीं हो रही, बाहर बंदा शैडोइंग कि करेगा चंगे दी, फिर नहीं हो सकेगी। इसलिए एक आवारगी है। मन तो आवारा सीगा, बंदा ही आवारा हो गया। माइंड वॉन्डरिंग इटसेल्फ इज ए बिग इशू फॉर अस, बट इफ वी आर वॉन्डरिंग आवरसेल्व्स then who's going to stop us? इस हालत दे विच बंदे ते पार उतारा कित्थों हो जाएगा? महाराज इत्थे बयान करदे, मालक तरस कर, कुछ इहो जे अंदर कणी बख्श, कोई इहो जी सिक्ख्या मेरे अंदर उमग जाए, घर घर जाए, जिदे अंदर उधरों साधु संगर वाला, साधु संग उदी रवाल, उदी धूड़ चक के मत्थे नूं ला ला। महाराज ट्रैडिशनल वे दे नाले विचार प्रयोग करते, पर सानू सिखाउंदे किसी चंगेरे दे कोलों जीवन की चंगेरी जाच सिख लैनी। शुरुआती पदे च आ जाइए, ममता मोह ध्रो मद माता, बंधन बांध्या अत बिकराल। बिकराल हुंदा है बड़ा डरावना रूप। डरावना रूप किहड़ा है जी? ममता मोह ध्रो मद माता। माता कहते मस्त होया, मस्त काहदे च होया आ? ममता मोह ध्रो, संसार दे विच धोखा कमाउणा, किसी दे नाल ध्रो कमाउणा। जिवें जीवन थोड़ा उसरन लगदा, मैं अंदरों होर हां ते बाहरों होर हां। अंदर कोई इनविजिबल वे दे नाल एक लुकाई हुई डिजायर रख रखी है, वो किसी नूं इजहार च नहीं आउण दिंदा। बाहरों मूँह तो कुछ बोल रहा, किसी नूं यूज करना चाहना, किसी की एडवांटेज लेना चाहना, किसी ने अब्यूज करना चाहना, ये सारे दे अंदर तुरया जा रहा। किते किते इंदर इंस्टिंक्ट कहता नो दैट्स नॉट गुड, यू शुड नॉट डू दैट। पर हालत यह है, उसकी आवाज़ किवें सुने? क्योंकि जिहड़ा मानिया मस्त होया हाथी की तरह, वो शराबी होया, वो कहता ना मौका बनन दी देर है, यू विल डू इट। इस हालत च बंदा तुरया जाता। ਇਹਦੇ ਚ कुछ नहीं मिलना लास्ट च। इस सारे नूं जे बंदा कर भी गुजरेगा गिल्ट आवेगा, जे ना कर गुजरेगा फिर भी अपने आप के प्रति हेट घृणा आएगी, नफरत आएगी। ये रूप है। सब बयान कर दे, ममता मोह ध्रो मद माता, बंधन बांध्या अत बिकराल। तो जे पूरी यदि शक्ल वेख ली जाए तो बड़ी डरावनी है। अगला बचन है, दिन दिन छिजत बेकार करत औध। उम्र का कपड़ा तो दिन प्रतिदिन छिजदा तुरया लगा जाता है, मुकदा जाता है। टाइम क्लॉक इज क्लिकिंग, वो तो चल ही जाता लगातार। सानू ये लगी जाता भी कोई ना, कल भी दिन चढ़िया, अज चढ़िया, अज फिर डुब गया, कल फिर चढ़ जाएगा, इस नॉट ए बिग डील। ना, बड़ी बिग डील है। जिहड़ा दिन कल चला गया मुड़ के नहीं आना, ओवर। जिहड़ा पल हुण चला गया मुड़ के नहीं आना, ओवर। ये है, इसनू साहब ने कहा जिवें हीरे मोती हुंदे ना, लोकी उहदी केयर करते। बाबा जी कहते हीरे मोती तो फिर किते लभ जाणगे, ये नहीं लभना बिल्कुल भी। चेते रखिया जे, असीं बचन पढ़ते हैं, रैन गवाई सोए कै, दिवस गवाया खाए, हीरे जैसा जन्म है कौडी बदले जाए। हीरे नूं कौडियां दे बदले ना गवा, संभाल इनू, एक एक पल संभाल, एक एक समा, एक एक जिहड़ा तेरा इनू गवाना नहीं। साहब ने कहा, दिन ते पहर पहर ते घरियां आप घटै तन छीजै। बंदे नूं दो घाटे इकट्ठे पैंदे ने। पहला तो आप घटै, उम्र घटदी है। दूसरा, एक सर्टन
ਪੀਰੀਅਡ ਤੱਕ ਸਰੀਰ ਜਿਹੜਾ ਆ ਇਹ ਵੱਧਦਾ ਮਹਿਸੂਸ ਹੁੰਦਾ ਆ, ਲੱਗਦਾ ਵੀ ਇਹ ਸਰੀਰ ਬਣ ਰਿਹਾ ਹਾਲੇ। ਐਕਚੁਅਲੀ ਜਦੋਂ ਬਣ ਵੀ ਰਿਹਾ ਆ, ਉਹਦੀ ਜਿਹੜੀ ਇੱਕ ਲੈਵਲ ਤੇ ਉਹਦੀ ਜਿਹੜੀ ਹੋਰ ਕੁਝ ਕਰ ਸਕਣ ਦੀ ਉਹ ਪੋਸੀਬਿਲਿਟੀ ਘਟਦੀ ਲੱਗੀ ਜਾ ਰਹੀ ਹੈ, ਤੇ ਅਸਲ 'ਚ ਘਟ ਵੀ ਰਿਹਾ ਨਾਲ ਦੀ ਨਾਲ। ਇਸ ਨੂੰ ਸਾਹਿਬ ਨੇ ਇਸ ਤਰ੍ਹਾਂ ਬਿਆਨ ਕੀਤਾ, 10 ਬਾਲਤਨ 20 ਸੁੰਦਰ, 10 ਬਾਲਤਨ 20 ਰਵਣ, 30 ਕਾ ਸੁੰਦਰ ਕਹਾਵਾ। ਮਤਲਬ 10 ਬਾਲਪਨ 'ਚ ਲੰਘ ਜਾਂਦੇ, 20 ਰਵਣ ਦਾ ਸਮਾਂ ਹੁੰਦਾ ਹੈ ਜਦੋਂ ਹਾਰਮੋਨਸ ਵਗੈਰਾ ਡਿਵੈਲਪ ਹੁੰਦੇ ਨੇ ਪ੍ਰੋਪਰਲੀ। 30 ਕਾ ਸੁੰਦਰ ਕਹਾਵਾ, 20 ਤੋਂ 30 ਦੇ ਵਿੱਚ ਬੜਾ ਖੂਬਸੂਰਤ ਲੱਗਦਾ ਬੰਦਾ, ਆਪਣੇ ਆਪ ਨੂੰ ਵੀ ਲੱਗਦਾ, ਦੂਜਿਆਂ ਨੂੰ ਵੀ ਲੱਗਦਾ, ਹਾਂ ਸਰੀਰ ਦਾ ਜੁੱਸਾ ਬਣ ਰਿਹਾ ਉਸ ਰੂਪ ਦੇ ਵਿੱਚ। ਇਹ ਤਾਂ ਉਦੋਂ ਜਦੋਂ ਖੁਰਾਕ ਠੀਕ ਸੀ, ਏਜ ਠੀਕ, ਸਭ ਚੀਜ਼ਾਂ ਸੀਗੀਆਂ। ਹੁਣ ਤਾਂ ਕਹਿ ਲਓ ਕਿ 22-25 ਤੱਕ ਹੀ ਕੰਮ ਓਵਰ ਹੋ ਜਾਂਦਾ, ਇੰਨੇ ਬੰਦੇ ਜੋ ਕੁਛ ਹੋਣਾ ਹੋ ਗਿਆ, ਬਸ ਸੁੰਦਰਤਾ ਉਨੀ ਕਾ ਕੇ ਖਤਮ ਹੋ ਗਈ। ਫਿਰ 40 ਪੁਰ ਹੋਏ, 85 ਪੱਗ ਖਿੱਸ ਹੈ, ਫਿਰ ਪੈਰ ਪਿੱਛੇ ਪੈਣਾ ਸ਼ੁਰੂ ਹੋ ਜਾਂਦਾ। ਆਪ ਘਟ ਹੈ, ਇੱਕ ਉਮਰ ਘਟ ਰਹੀ, ਦੂਜਾ ਤਨ ਛਿਜ ਹੈ, ਦੂਜਾ ਤਨ ਛਿਜ ਰਿਹਾ, 2 ਘਾਟੇ ਇਕੱਠੇ ਪੈਣੇ ਸ਼ੁਰੂ ਹੋ ਗਏ। ਹੁਣ ਕਿੱਧਰ ਜਾਏ ਬੰਦਾ? ਸਾਹਿਬ ਬਿਆਨ ਕਰਦੇ, ਉਹ ਬੰਦੇ ਦਿਨ ਦਿਨ ਛਿਜਤ ਵਿਕਾਰ ਕਰਤ ਔਦ, ਫਾਹੀ ਫਾਥਾ ਜਮ ਕੈ ਜਾਲ। ਤੇ ਫਿਰ ਇੱਕ ਜਮਾ ਨੇ ਜਾਲ ਬੁਣਿਆ, ਜਮ ਵਕਾਰਾਂ ਨੂੰ ਕਿਹਾ ਗਿਆ, ਉਹਦੀ ਫਾਹੀ ਦੇ ਵਿੱਚ, ਉਹਦੀ ਉਸ ਜਿਹੜੀ ਉਹਨੇ ਟਰੈਪ ਬਣਾਇਆ ਆ, ਉਸ ਟਰੈਪ ਦੇ ਵਿੱਚ ਫਸਦਾ ਲਗਾ ਜਾ ਰਿਹਾ ਹੈ। ਅੰਤਲੀਆਂ 2 ਲਾਈਨਾਂ ਦੇ ਸ਼ਬਦ ਦੀਆਂ ਗੁਰੂ ਬਾਬਾ ਜੀ ਇਹਦੇ ਵਿੱਚ ਬਿਆਨ ਕਰਦੇ ਕਿ ਪ੍ਰਭ ਸੁਖ ਦਾਤੇ ਸਮਰੱਥ ਸੁਆਮੀ, ਜਿਉ ਪਿੰਡ ਸਭ ਤੁਮਰਾ ਮਾਲ। ਮਾਲਕ ਤਰਸ ਕਰ ਮੇਰੇ ਤੇ, ਮੈਂ ਕਿਹੜਾ ਤੇਰੇ ਤੋਂ ਬਾਹਰ ਆ। ਜਿਉ ਪਿੰਡ ਸਭ ਤੁਮਰਾ ਮਾਲ, ਇਹ ਮਾਲ ਤੇ ਤੇਰਾ ਹੀ ਹੈ। ਮੇਰੀਆਂ ਤੇ ਕੁਝ ਡਿਜ਼ਾਇਰ ਸੀ ਵਿੱਚ ਨੇ, ਜਿਹੜੀਆਂ ਸੱਜੇ ਖੱਬੇ ਆ ਗਈਆਂ, ਬਾਕੀ ਤੂੰ ਬਣਾਇਆ, ਤੂੰ ਹੀ ਲੈ ਜਾਣਾ। ਕਿਉਂ ਨਹੀਂ ਇੱਕ ਕਿਰਪਾ ਕਰਦਾ? ਜਿਸ ਵਾਸਤੇ ਬਣਾਇਆ ਹੀ ਉਸ ਮਕਸਦ ਨੂੰ ਪੂਰਾ ਕਰਦੇ ਦੇ ਥਰੂ। ਇਟਸ ਕਾਈਂਡ ਆਫ, ਤੁਸੀਂ ਇੱਕ ਹਾਇਰ ਥਾਟ ਦੇ ਹਵਾਲੇ ਆਪਣੀ એનર્ਜੀ ਕਰਨ ਲੱਗੇ ਹੋ। ਅਰਦਾਸ ਇਹੀ ਹੈ, ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਉੱਥੇ ਰਾਸ ਕਹਿਤਾ, ਇੱਥੇ ਮਾਲ ਕਹਿਤਾ, ਕਿ ਤੇਰਾ ਹੀ ਤੇ ਸਮਾਨ ਹੈ। ਅਕਲ ਵੀ ਦੇ ਇਹਨੂੰ ਯੂਜ਼ ਕਰਨ ਦੀ, ਇਹਨੂੰ ਪ੍ਰਯੋਗ ਕਰਨ ਦੀ, ਇਹਨੂੰ ਚਲਾਉਣ ਦੀ। ਇਸ ਕਰਕੇ ਬਚਨ ਲਿਖਿਆ, ਮਾਲਕ ਪ੍ਰਭ ਸੁਖ ਦਾਤੇ ਸਮਰੱਥ ਸੁਆਮੀ, ਜਿਉ ਪਿੰਡ ਸਭ ਤੁਮਰਾ ਮਾਲ। ਭਰਮ ਕੇ ਬੰਧਨ ਕਾਟੋ ਪਰਮੇਸ਼ਰ, ਕਿਸੇ ਭਰਮ ਭੁਲੇਖੇ 'ਚ ਨਾ ਰਵਾਂ ਮੈਂ। I should not have any duality or any dilemma. Please give me very clear thought, very clear kind of actually vision. Whatever is appropriate for me, Maharaj, please bless me that. I should follow that path only. ਇਹਦੇ ਤੇ ਇਹ ਨਵਾਜ਼ਿਸ਼ ਕਰ, ਮੈਨੂੰ ਇੰਨੀ ਕੀ ਅਕਲ ਦੇ, ਮੈਨੂੰ ਇੰਨੇ ਕੀ ਬਸ ਇਹੀ ਵਿਊ ਦੇ ਦੇ। I want this sort of tunnel view. ਮੈਨੂੰ ਵਕਾਰਾਂ 'ਚ ਨਾ ਪਾਈ, ਮੈਨੂੰ ਟੈਸਟ ਨਾ ਕਰੀ। ਕਿਆ ਭ੍ਰਮ ਕੇ ਬੰਧਨ ਕਾਟੋ ਪਰਮੇਸ਼ਰ, ਨਾਨਕ ਕੇ ਪ੍ਰਭ ਸਦਾ ਕਿਰਪਾਲ ਹੈ। ਨਾਨਕ ਮੇਰੇ ਪ੍ਰਭੂ ਕਹਿ ਕਿ ਤੂੰ ਬੜਾ ਕਿਰਪਾਲੂ ਹੈ, ਤੂੰ ਬੜਾ ਦਿਆਲੂ ਹੈ, ਤੂੰ ਤਰਸ ਕਰਨ ਤੇ ਆਵੇਂਗਾ ਤੇ ਐਵੇਂ ਮੇਰੇ ਜੀਵਨ ਨੂੰ ਬਣਾ ਹੀ ਦੇਵੇਂਗਾ। ਇਸ ਕਿਸਮ ਦਾ ਜਿਹੜੀ ਇੰਟਰੈਕਸ਼ਨ ਹੈ, ਇਸ ਕਿਸਮ ਦੀ ਜਿਹੜੀ ਗੱਲਬਾਤ ਆ, ਆਪਣੇ ਆਪ ਨਾਲ ਕਰੀਏ ਬਾਣੀ ਦੇ ਜ਼ਰੀਏ, ਡੈਫੀਨੇਟਲੀ ਜੀਵਨ ਸੁਧਰੇਗਾ, ਜੀਵਨ ਦੇ ਵਿੱਚ ਚੜ੍ਹਦੀ ਕਲਾ ਹੋਏਗੀ, ਆਰ ਵਕਾਰਾਂ ਤੋਂ ਮੁਕਤੀ ਹੋਏਗੀ ਤੇ ਜੀਵਨ ਚੰਗੇਰੇ ਰੂਪ ਵਿੱਚ ਪ੍ਰੋਗਰੈਸ ਕਰੇਗਾ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਤਾ ਰਹੇ ਹੋ ਜੇ। ਇੱਥੇ ਸਮਾਪਤੀ ਕਰ ਰਹੇ ਹਾਂ। ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਇੱਕ ਵਾਰ ਫਿਰ ਅਰਦਾਸ ਕਰਦੇ ਹੋਏ ਫਤਿਹ ਬੁਲਾਉਣੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।